ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਅਸੀਂ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਆਓ ਵੇਖਦੇ ਹਾਂ ਕੀ ਹੈ ਖਾਸ ਅੱਜ NRI ਵਰਡ ਵਿੱਚ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬ੍ਰਾਂਪਟਨ ਦੀ ਪਾਮਾ ਗੈਲਰੀ ਵੱਲੋਂ ਸਿੱਖ ਸਟੱਡੀਜ਼ ਨਾਲ ਮਿਲ ਕੇ ਐਗਜ਼ੀਬਿਸ਼ਨ ਲਗਾਈ ਗਈ ਹੈ, ਜਿਸ ਨੂੰ ਨਾਂ ਦਿੱਤਾ ਗਿਆ ਹੈ ਦ ਸਾਖੀਜ਼ ਆਫ ਗੁਰੂ ਨਾਨਕ। ਇਸ ਦੇ ਕਿਊਰੇਟਰ ਨੇ BS ਮਾਰਵਾਹਾ। ਇਹ ਐਗਜ਼ੀਬਿਸ਼ਨ ਜਨਵਰੀ ਤੱਕ ਜਾਰੀ ਰਹੇਗੀ ਤੇ ਇਸ ਵਿੱਚ ਐਂਟਰੀ ਵੀ ਬਿਲਕੁਲ ਮੁਫਤ ਰੱਖੀ ਗਈ ਹੈ। ਬ੍ਰਾਂਪਟਨ ਦੀ ਪੀਲ ਆਰਟ ਗੈਲਰੀ, ਮਿਊਜ਼ੀਅਮ ਐਂਡ ਆਰਕਾਈਵਜ਼ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੈਲੀਬ੍ਰੇਟ ਕਰਦਿਆਂ ਪਾਮਾ ਗੈਲਰੀ ਦੇ ਵਿੱਚ ਇੱਕ ਸਪੈਸ਼ਲ ਐਗਜ਼ੀਬਿਸ਼ਨ ਪੇਸ਼ ਕੀਤੀ ਗਈ ਹੈ। ਇਸ ਐਗਜ਼ੀਬਿਸ਼ਨ ਦੀ ਥੀਮ ਹੈ ਦ ਸਾਖੀਜ਼ ਆਫ ਗੁਰੂ ਨਾਨਕ, ਦ ਲਾਈਫ ਐਂਡ ਲੈਗੇਸੀ ਆਫ ਦ ਫਾਊਂਡਰ ਆਫ ਦ ਸਿੱਖ ਫੇਥ। ਇਹ ਐਗਜ਼ੀਬਿਸ਼ਨ BS ਮਰਵਾਹ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕੈਲੀਗ੍ਰਾਫੀ, ਪੇਂਟਿੰਗਸ, ਡਰਾਇੰਗਸ, ਫੋਟੋਗ੍ਰਾਫਸ, ਫੈਬਰਿਕਸ, ਮੈਨੂਸਕ੍ਰਿਪਟਸ ਅਤੇ ਸਾਊਂਡਸਕੇਪਸ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ। I'm a guest curator at this gallery, and I was asked to essentially help put together an exhibition to commemorate the life of Guru Nanak on this important anniversary, the 550th anniversary of Guru Nanak Dev Ji. What we've done is put together an exhibition made up of paintings, artifacts, even music that basically tells the story of Guru Nanak from his childhood in Talwandi, his move to Sultanpur, his mystical experience in the River Bian, where he comes back with the supreme message of koi Hindu nahi, koi Musalman nahi. ਇਹ ਖੂਬਸੂਰਤ ਪ੍ਰਦਰਸ਼ਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ 550 ਸਾਲ ਦੀ ਵਿਰਾਸਤ ਨੂੰ ਐਕਨੋਲੇਜ ਅਤੇ ਸੈਲੀਬ੍ਰੇਟ ਕਰਦੀ ਹੈ। As the senior curator, I've had the privilege of working with Mr. Marwa to develop this critically important exhibition which celebrates the 550th anniversary of the birth of Guru Nanak. And one of the things that I've come to learn with this exhibition is about who the Guru was and how his lessons and his teachings really transcend Sikhism. ਜ਼ਿਕਰਯੋਗ ਹੈ ਕਿ ਇਹ ਐਗਜ਼ੀਬਿਸ਼ਨ 17 ਨਵੰਬਰ ਤੋਂ 19 ਜਨਵਰੀ 2020 ਤੱਕ ਚੱਲੇਗੀ ਅਤੇ ਸਾਰਿਆਂ ਲਈ ਫ੍ਰੀ ਹੈ। ਇਸ ਐਗਜ਼ੀਬਿਸ਼ਨ ਦੀ ਰਿਸੈਪਸ਼ਨ ਦਸੰਬਰ 1 ਨੂੰ ਦੁਪਹਿਰ 2 ਤੋਂ 4 ਵਜੇ ਤੱਕ ਰੱਖੀ ਗਈ ਹੈ। 12 ਜਨਵਰੀ ਨੂੰ UK ਤੋਂ ਦਵਿੰਦਰ ਤੂਰ ਵੱਲੋਂ ਇੱਕ ਲੈਕਚਰ ਵੀ ਦਿੱਤਾ ਜਾਏਗਾ ਅਤੇ ਜਨਵਰੀ 19 ਨੂੰ BS ਮਰਵਾਹ ਦੇ ਨਾਲ ਸਿੱਖ ਆਰਟ ਸੰਬੰਧੀ ਕਿਊਰੇਟਰ ਟਾਕ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਰੀ ਦੀ ਇੱਕ ਸੁਸਾਇਟੀ PICS ਯਾਨੀ ਕਿ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ। ਇਹ ਸੁਸਾਇਟੀ ਸੀਨੀਅਰਸ ਲਈ ਚਲਾਈ ਜਾਂਦੀ ਹੈ। ਬੀਤੇ ਦਿਨੀ ਇਹ ਸੁਸਾਇਟੀ ਵੱਲੋਂ ਆਪਣਾ ਫੰਡ ਰੇਜ਼ਿੰਗ ਇਵੈਂਟ ਕਾਲਾ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬਾਲੀਵੁੱਡ ਐਕਟਰੈਸ ਜ਼ੀਨਤ ਅਮਾਨ ਖਾਸ ਤੌਰ ਤੇ ਪਹੁੰਚੇ। ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸ ਸੁਸਾਇਟੀ ਵੱਲੋਂ ਸਰੀ ਵਿੱਚ PICS ਗੋਲਡਨ ਗਲੈਮਾ ਪੈਜੈਂਟ ਕਰਵਾਇਆ ਗਿਆ, ਜਿਸ ਵਿੱਚ ਬਾਲੀਵੁੱਡ ਸੁਪਰਸਟਾਰ ਜ਼ੀਨਤ ਅਮਾਨ ਖਾਸ ਤੌਰ ਤੇ ਪਹੁੰਚੇ। To be very generous with your donations, because I think it's something that's being done that is so wonderful for our South Asian community, and it's for us and for our people, and it's really amazing the work that all of you are doing. I had the pleasure of being at your facility yesterday, and it's very, very impressive. PICS ਗੋਲਡਨ ਗਲੈਮਾ ਪੈਜੈਂਟ ਕਰਾਉਣ ਦਾ ਮੁੱਖ ਮਕਸਦ PICS ਲਈ ਫੰਡ ਰੇਜ਼ ਕਰਨਾ ਅਤੇ ਬਜ਼ੁਰਗ ਜੋ ਆਪਣੇ ਘਰ ਅਤੇ PICS ਵਿੱਚ ਰਹਿੰਦੇ ਹਨ ਉਹਨਾਂ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਦੇਣਾ ਸੀ।
ਇਸ ਮੌਕੇ ਪਿਕਸ ਸੁਸਾਇਟੀ ਤੋਂ ਸਤਬੀਰ ਸਿੰਘ ਚੀਮਾ, ਲੋਕਲ ਪੋਲੀਟੀਸ਼ੀਅਨਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਪਹੁੰਚੇ ਅਤੇ ਇਸ ਪੈਜੈਂਟ ਦਾ ਲੁਤਫ ਉਠਾਇਆ। ਸਾਰੇ ਜਿਹੜੇ ਆਪਣੀ ਕਮਿਊਨਿਟੀ ਵਧਾਈ ਦੇ ਪਾਤਰ ਨੇ ਕਿ ਇਹਨਾਂ ਇੰਨਾ ਸਹਿਯੋਗ ਦਿੱਤਾ। ਸਾਡੀਆਂ ਜਿਹੜੀਆਂ ਗ੍ਰੈਂਡ ਮਦਰ ਨੇ ਪੈਜੈਂਟ ਕੀਤਾ, ਫਸਟ ਟਾਈਮ ਐਵਰ ਇਹਨਾਂ ਦਾ ਪੈਜੈਂਟ ਹੋਇਆ। ਇਹ ਪ੍ਰੋਗਰਾਮ ਬਹੁਤ ਹੀ ਵਧੀਆ ਪ੍ਰੋਗਰਾਮ ਹੈ, ਆਪਣਾ ਕਮਿਊਨਿਟੀ ਦਾ ਪ੍ਰੋਗਰਾਮ ਹੈ ਤੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਕਿ ਸਾਰੀ ਕਮਿਊਨਿਟੀ ਇਸ ਨੂੰ ਸਪੋਰਟ ਕਰ ਰਹੀ ਹੈ। ਅੱਜ ਦੇ ਇਵੈਂਟ ਵਿੱਚ ਆ ਕੇ ਮੈਂ ਅਤਿਅੰਤ ਖੁਸ਼ੀ ਮਹਿਸੂਸ ਕਰਦੀ ਹਾਂ। ਇਹ ਮੇਰੀ ਜ਼ਿੰਦਗੀ ਦਾ ਮੇਰਾ ਖਿਆਲ ਆ ਪਹਿਲਾ ਤੇ ਆਖਰੀ ਪ੍ਰੋਗਰਾਮ ਹੋਵੇਗਾ। ਮੈਂ ਬਹੁਤ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਅੱਜ ਦੇ ਪ੍ਰੋਗਰਾਮ ਪਰ ਇਹੀ ਹੈ ਜਿੱਦਾਂ ਇਹਨਾਂ ਨੇ ਹੁਣ ਸ਼ੁਰੂ ਕੀਤਾ ਹੈ ਕਿ ਡਿਵਰਸਿਟੀ ਵਿਲੇਜ ਬਣ ਰਿਹਾ ਬਜ਼ੁਰਗਾਂ ਵਾਸਤੇ। ਅਸੀਂ ਇਹੀ ਕਹਿੰਦੇ ਕਿ ਅੱਗੋਂ ਨੂੰ ਬੱਚੇ ਬਹੁਤ ਬਿਜ਼ੀ ਰਹਿੰਦੇ ਆ ਤੇ ਇਹ ਪ੍ਰੋਗਰਾਮ ਇੱਦਾਂ ਦੇ ਵਿਲੇਜ ਜ਼ਰੂਰ ਬਣਨਗੇ ਜਿਹੜੇ ਸਾਡੇ ਉਮਰ ਦੇ ਹੋਣਗੇ ਬਜ਼ੁਰਗ, ਉਹਨਾਂ ਨੂੰ ਆਰਾਮ ਦੀ ਜ਼ਿੰਦਗੀ ਉੱਥੇ ਮਿਲੇਗੀ, ਪੁਰਾਣੀਆਂ ਯਾਦਾਂ ਯਾਦ ਇਕੱਠੇ ਹੋ ਕੇ ਕਰਨਗੇ। ਪਿਕਸ ਵੱਲੋਂ ਕਰਵਾਏ ਗਏ ਫੰਡਰੇਜ਼ ਵਿੱਚ ਵੱਡੀ ਰਕਮ ਇਕੱਠੀ ਕੀਤੀ ਗਈ ਜੋ ਕਿ ਪਿਕਸ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਵਰਤੀ ਜਾਵੇਗੀ। ਕੈਂਸਰ ਵਾਰੀਅਰ ਕੈਨੇਡਾ ਫਾਊਂਡੇਸ਼ਨ ਵੱਲੋਂ ਬੀਤੇ ਦਿਨੀ ਦੀਵਾਲੀ ਨੂੰ ਸਮਰਪਿਤ ਸੈਲੀਬ੍ਰੇਟ ਲਾਈਫ ਵਿਦ ਲਾਈਟਸ ਇਵੈਂਟ ਕਰਵਾਇਆ ਗਿਆ। ਇਸ ਮੌਕੇ ਕਈ ਕੈਂਸਰ ਸਰਵਾਈਵਰਸ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਕਈ ਪਰਫਾਰਮੈਂਸ ਦਿੱਤੀਆਂ ਗਈਆਂ। ਇਹ ਪਰਫਾਰਮੈਂਸ ਕਈਆਂ ਲਈ ਇੰਸਪੀਰੇਸ਼ਨ ਵੀ ਬਣੀਆਂ। ਇਹਨਾਂ ਪਰਫਾਰਮੈਂਸ ਨੂੰ ਵੇਖ ਕੇ ਕਈ ਕੈਂਸਰ ਪੇਸ਼ੈਂਟਸ ਵਿੱਚ ਇਹ ਉਮੀਦ ਵੀ ਜਾਗੀ ਹੈ ਕਿ ਉਹ ਵੀ ਹੋਰਾਂ ਦੀ ਤਰ੍ਹਾਂ ਆਮ ਜ਼ਿੰਦਗੀ ਬਤੀਤ ਕਰ ਸਕਦੇ ਨੇ। ਕੈਂਸਰ ਵਾਰੀਅਰ ਕੈਨੇਡਾ ਫਾਊਂਡੇਸ਼ਨ ਵੱਲੋਂ 3rd ਐਨੂਅਲ ਫੰਡਰੇਜ਼ਿੰਗ ਗਾਲਾ ਇਵੈਂਟ ਆਯੋਜਿਤ ਕੀਤਾ ਗਿਆ। ਇਸ ਇਵੈਂਟ ਦਾ ਮਕਸਦ ਸੀ ਲੋਕਾਂ ਨੂੰ ਬ੍ਰੈਸਟ ਕੈਂਸਰ ਬਾਰੇ ਅਵੇਅਰ ਕਰਨਾ। ਕੈਂਸਰ ਵਾਰੀਅਰ ਕੈਨੇਡਾ ਫਾਊਂਡੇਸ਼ਨ ਦੀ ਸ਼ੁਰੂਆਤ 3 ਸਾਲ ਪਹਿਲਾਂ ਨਵਨੀਤ ਸ਼ਰਮਾ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣਾ ਕੈਂਸਰ ਆਪੇ ਡਾਇਗਨੋਸ ਕੀਤਾ ਸੀ। ਲੋਕਾਂ ਨੂੰ ਲੱਗਦਾ ਕੈਂਸਰ ਬਹੁਤ ਵੱਡਾ ਟੈਬੂ ਹੈਗਾ, ਕੋਈ ਡੈਥ ਸੈਂਟੈਂਸ ਹੈਗੀ ਹੈ, ਮਗਰ ਇਸ ਤਰ੍ਹਾਂ ਨਹੀਂ ਹੈਗਾ। ਤੁਸੀਂ ਮੈਨੂੰ ਦੇਖ ਰਹੇ ਹੋ, ਸੁੰਦਰ ਆਊਟਫਿਟ 'ਚ ਦੇਖ ਰਹੇ ਹੋ, ਮੇਕਅਪ 'ਚ ਦੇਖ ਰਹੇ ਹੋ, ਲਾਈਵਲੀ ਦੇਖ ਰਹੇ ਹੋ, ਸਿਰਫ ਇਸ ਕਰਕੇ ਕਿਉਂਕਿ ਮੈਂ ਇਸ ਜਰਨੀ ਨੂੰ ਵੀ ਬਹੁਤ ਸੁੰਦਰ ਜਰਨੀ ਦੀ ਹੋਰ ਜਰਨੀ ਦੀ ਤਰ੍ਹਾਂ ਲਿੱਤਾ ਹੈਗਾ ਤੇ ਮੈਂ ਫਾਈਟ ਕੀਤਾ ਹੈ। ਬਾਕੀ ਤੁਸੀਂ ਜਿਹੜਾ ਹੈ ਆਪਣਾ ਧਿਆਨ ਰੱਖੋ, ਕਿਉਂਕਿ ਅਸੀਂ ਅਕਸਰ ਇਹ ਕਰਨੇ ਆ ਕਿ ਅਸੀਂ ਆਪਣਾ ਧਿਆਨ ਨਹੀਂ ਰੱਖਦੇ ਔਰ ਆਪਣੀ ਜਿਹੜੀ ਹੈ ਅਸੀਂ ਬਾਡੀ ਨੂੰ ਭੁੱਲ ਕੇ ਸਭ ਕੁਝ ਕਰਦੇ ਹੈਗੇ ਆ। ਤੁਸੀਂ ਉਹ ਨਾ ਕਰੋ। ਇਸ ਇਵੈਂਟ ਦੀ ਥੀਮ ਸੀ ਸੈਲੀਬ੍ਰੇਟ ਲਾਈਫ ਵਿਦ ਲਾਈਟਸ। ਇਸ ਮੌਕੇ ਲੋਕਾਂ ਦੇ ਐਂਟਰਟੇਨਮੈਂਟ ਲਈ ਵੱਖ-ਵੱਖ ਪਰਫਾਰਮੈਂਸਸ ਵੀ ਰੱਖੀਆਂ ਗਈਆਂ। ਇਸ ਦੁਨੀਆ ਵਿੱਚ ਅਸੀਂ ਵਸ ਰਹੇ ਹਾਂ, ਅੱਜ ਦੇ ਦੌਰ ਦੇ ਵਿੱਚ ਦੋਵਾਂ 'ਚੋਂ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਕਿਸਮ ਦਾ ਕੈਂਸਰ ਉਹਦੀ ਜ਼ਿੰਦਗੀ ਵਿੱਚ ਡਿਟੈਕਟ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਕੈਂਸਰ ਦੀ ਰਿਸਰਚ ਵਾਸਤੇ ਮਿਹਨਤ ਕੀਤੀ ਜਾਵੇਗੀ ਜੋ ਕਿ ਕੈਂਸਰ ਵਾਰੀਅਰਸ ਕਰ ਰਿਹਾ ਹੈ। ਕੈਂਸਰ ਵਾਰੀਅਰਸ ਇੱਕ ਐਸੀ ਸੰਸਥਾ ਹੈ ਜੋ ਉਹ ਲੋਕ ਜੋ ਕੈਂਸਰ ਨਾਲ ਜਿੱਤ ਕੇ, ਕੈਂਸਰ ਨਾਲ ਆਪਣੀ ਜੰਗ ਜਿੱਤ ਕੇ ਆਏ ਨੇ, ਕੈਂਸਰ ਨਾਲ ਲੜੇ ਨੇ, ਕੀਮੋਥੈਰੇਪੀ ਤੇ ਹੋਰ ਦਵਾਈਆਂ ਦੇ ਜ਼ਰੀਏ ਜਿੱਤ ਕੇ ਆਏ ਨੇ ਤੇ ਜੋ ਜੀ ਰਹੇ ਨੇ, ਜ਼ਿੰਦਗੀ ਨੂੰ ਖੁੱਲ੍ਹ ਕੇ ਜੀ ਰਹੇ ਨੇ। ਇੱਥੇ ਦੇਖ ਕੇ ਇੰਨੀ ਖੁਸ਼ੀ ਹੋਈ ਕਿ ਜਿਹੜੇ ਕੈਂਸਰ ਤੋਂ ਬਚੇ ਆ ਉਹ ਅੱਜ ਫੰਡ ਰੇਜ਼ ਕਰ ਰਹੇ ਆ ਤੇ ਅੱਜ ਉਹ ਸਕਿੱਟ ਖੇਡ ਰਹੇ ਆ, ਅੱਜ ਉੱਥੇ ਆਈਟਮਾਂ ਪੇਸ਼ ਕਰ ਰਹੇ ਆ। ਸੋ ਇਸ ਕਰਕੇ ਜੇ ਕਦੇ ਵੀ ਕੈਂਸਰ ਦਾ ਨਾਂ ਸੁਣੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਕੈਂਸਰ ਦਾ ਇਲਾਜ ਬਹੁਤ ਵਧੀਆ ਆ ਚੁੱਕਾ ਆ ਰਿਹਾ। This is one of the ways which you can work for the community, and it's something related to social work and creating the awareness for cancer. This cancer warriors, they are doing a very good job, and we are really happy to see them contributing for the society. I would like to thank Cancer Warriors to giving us an opportunity to represent ourselves, and it's been a great honor to be a part of this great and big team. ਜ਼ਿਕਰਯੋਗ ਹੈ ਕਿ ਇਸ ਇਵੈਂਟ ਰਾਹੀਂ ਇਕੱਤਰ ਕੀਤੇ ਗਏ ਸਾਰੇ ਫੰਡਸ ਬ੍ਰੈਸਟ ਕੈਂਸਰ ਰਿਸਰਚ ਐਂਡ ਅਵੇਅਰਨੈਸ ਨੂੰ ਡੋਨੇਟ ਕੀਤੇ ਜਾਣਗੇ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਕਰਾਂਗੇ ਗੱਲਬਾਤ ਆਉਂਦੇ ਵੀਕਐਂਡ ਤੇ ਹੋਣ ਵਾਲੇ ਮੈਚ ਫॉर ਮੈਰੋ ਫੰਡ ਰੇਜ਼ਿੰਗ ਗਾਲਾ ਇਵੈਂਟ ਬਾਰੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਅੱਜ ਦੁਨੀਆ ਭਰ ਵਿੱਚ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਸਟੈਮ ਸੈਲ ਡੋਨਰ ਵਿੱਚ ਐਥਨਿਕ ਮਾਈਨੋਰਿਟੀਜ਼ ਦੀ ਘਾਟ ਡਾਇਵਰਸਿਟੀ ਇਜ਼ ਸਟਰੈਂਥ ਇਨ ਮਚ ਆਫ ਲਾਈਫ but it's a curse when finding a stem cell donor in ethnic minorities. ਕਿਉਂ ethnic minorities stem cell donor ਲਈ ਅੱਗੇ ਨਹੀਂ ਆਉਂਦੀਆਂ ਇਹ ਇੱਕ ਸਵਾਲ ਹੈ ਪਰ ਦੂਜੇ ਪਾਸੇ ਇੱਕ ਆਰਗੇਨਾਈਜੇਸ਼ਨ ਹੈ ਮੈਚ ਫॉर ਮੈਰੋ ਜੋ ਹਰ ਸਾਲ ਇੱਕ ਫੰਡ ਰੇਜ਼ਿੰਗ ਗਾਲਾ ਇਵੈਂਟ ਕਰਾਉਂਦੇ ਨੇ ਤਾਂ ਜੋ ਵੱਖ-ਵੱਖ ਥਾਵਾਂ ਤੇ ਸਵੈਪ ਸੈਲ ਦੇ ਕੈਂਪਸ ਲਗਾਏ ਜਾਣ ਔਨ ਦੇ ਵੀਕਐਂਡ ਵੀ मैच फॉर मैरो का इवेंट होने जा रहा है ऐसे संबंधी गलबात करने लिए आज साढ़े नाल मौजूद ने सिमी जो कि खुद एक डोनर ने नाल ही ने मनी जो कि एक रेसिपिएंट ने सत श्री अकाल जी स्वागत है तुहाडा सत श्री अकाल सिमी जी सब तो पहला तुहाडे तो जानना चाहांगे तुसी एक डोनर हो जिस तरह असीं किहा कि एक अलार्मिंग सिचुएशन हैगी है कि एथनिक माइनॉरिटीज़ के जिहड़े लोग ने वो एज अ डोनर अगे नहीं आते तुसी एज अ डोनर अगे आए ਉਸ ਤੋਂ ਬਾਅਦ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਕਾਫੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਕਿਉਂ ਹੈਗੀ ਹੈ ਪ੍ਰੋਬਲਮ ਹਾਂਜੀ ਆਪਣੇ ਲੋਕਾਂ 'ਚ ਇੱਕ ਮਿਥ ਹੈ ਕਿ ਆਪਾਂ ਨੂੰ ਜਿਵੇਂ ਸਟੈਮ ਸੈਲ ਡੋਨੇਟ ਕਰਕੇ ਜਾਂ ਬੋਨ ਮੈਰੋ ਦਾ ਨਾਮ ਸੁਣ ਕੇ ਆਪਣੇ ਲੋਕ ਨਾ ਡਰ ਜਾਂਦੇ ਨੇ ਆਪਣੀ ਕਮਿਊਨਿਟੀ 'ਚ ਸੋ ਉਹ ਜਿਹੜੀ ਮੈਂ ਜਦੋਂ ਵੀ ਮੈਂ ਕਿਸੇ ਵੀ ਇੰਟਰਵਿਊ ਤੇ ਜਾਂਦੀ ਹਾਂ ਇਹ ਚੀਜ਼ ਮੈਂ ਹਰ ਲਾਈਕ ਮਿਥ ਲੋਕਾਂ ਦੇ ਦਿਮਾਗ 'ਚੋਂ ਕੱਢਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਸਟੈਮ ਸੈਲ ਡੋਨਰ ਬਣਦੇ ਹੋ ਜੇ ਤੁਸੀਂ ਕਿਸੇ ਨਾਲ ਮੈਚ ਕਰਦੇ ਹੋ ਇੱਕ ਤੇ ਇਹ ਕਿ ਜੇ ਤੁਸੀਂ ਕਿਸੇ ਨਾਲ ਮੈਚ ਕਰਦੇ ਹੋ ਤੁਸੀਂ ਕਿਸੇ ਨੂੰ ਸੈਕਿੰਡ ਲਾਈਫ ਦੇ ਰਹੇ ਹੋ ਤਾਂ ਤੁਹਾਨੂੰ ਬਲੈਸਿੰਗਸ ਆਲਵੇਜ਼ ਵਰਕ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਵੈਸੇ ਹੀ ਕੁਝ ਨਹੀਂ ਹੋ ਸਕਦਾ ਸੈਕਿੰਡ ਮੈਡੀਕਲੀ ਉਹਦੇ ਤੇ ਜਾਓ ਤਾਂ ਵੀ ਆਪਾਂ ਇਹ ਕਹਿੰਦੇ ਹਾਂ ਕਿ ਇਜ਼ ਐਜ਼ ਸਿੰਪਲ ਐਜ਼ ਬਲੱਡ ਡੋਨੇਸ਼ਨ ਤੁਹਾਡੀ ਬਾਡੀ ਤੇ ਦਾ ਕੋਈ ਵੀ ਅਸਰ ਨਹੀਂ ਹੁੰਦਾ ਜਿਹੜੇ ਸਟੈਮ ਸੈਲ ਨੇ ਉਹ ਵਿਦਿਨ ਵੀਕ ਤੁਹਾਡੀ ਬਾਡੀ 'ਚ ਰੀਜਨਰੇਟ ਹੋ ਜਾਂਦੇ ਨੇ ਸੋ ਬਸ ਇੱਕ ਮਿਥ ਹੈ ਜੀ ਮਿਥ ਕਰਕੇ ਜਦੋਂ ਵੀ ਆਪਾਂ ਹੁਣ ਇਵੈਂਟ ਵੀ ਕਰਦੇ ਆ ਸਵੈਬਿੰਗ ਇਵੈਂਟ ਵੀ ਕਰਦੇ ਉੱਥੇ ਵੀ ਆਪਾਂ ਨੂੰ ਬੜੇ ਯੰਗ ਬੱਚੇ ਵੀ ਇਹ ਕਹਿ ਦਿੰਦੇ ਕਿ ਨਹੀਂ ਜੇ ਆਪਾਂ ਸੋਚਾਂਗੇ ਆਪਾਂ ਨੂੰ ਡਰ ਲੱਗਦਾ ਸੋ ਇਹ ਮੇਨ ਡਰ ਹੈਗਾ ਜਿਹੜਾ ਉਹ ਡਰ ਕੱਢਣ ਦੀ ਕੋਸ਼ਿਸ਼ ਮੇਰਾ ਮੇਨ ਜਿਹੜਾ ਹੈਗਾ ਮੈਚ ਫॉर ਮੈਰੋ ਨਾਲ ਕਿ ਮੈਂ ਲੋਕਾਂ ਦੇ ਦਿਮਾਗ 'ਚ ਜਿੰਨਾ ਵੀ ਹੋ ਸਕੇ ਐਜ਼ ਡੋਨਰ ਉਹਨਾਂ ਦੇ ਦਿਮਾਗ 'ਚੋਂ ਡਰ ਕੱਢ ਸਕਾਂ ਕਿ ਇਹਦਾ ਤੁਹਾਡੀ ਲਾਈਫ ਤੇ ਕੋਈ ਇੱਦਾਂ ਦੇ ਸਾਈਡ ਇਫੈਕਟਸ ਨਹੀਂ ਆਉਂਦੇ ਤੁਹਾਡੀ ਹੈਲਥ ਦੇ ਉੱਤੇ ਤਾਂ ਤੁਸੀਂ ਆਰਾਮ ਨਾਲ ਜਿਵੇਂ ਆਪਾਂ ਬਲੱਡ ਡੋਨੇਟ ਕਰਦੇ ਉੱਦਾਂ ਹੀ ਤੁਸੀਂ ਆਪਣੇ ਸਟੈਮ ਸੈਲ ਡੋਨੇਟ ਕਰਕੇ ਇੱਕ ਜਿਹੜਾ ਕੋਈ ਵੀ ਉਹ ਕੈਂਸਰ ਪੇਸ਼ੈਂਟ ਹੈ ਜਾਂ ਜਿਹੜੀ ਵੀ 80 ਬਲੱਡ ਡਿਸਆਰਡਰਸ ਨੇ ਉਹਨਾਂ ਨੂੰ ਤੁਸੀਂ ਸੈਕਿੰਡ ਲਾਈਫ ਦਿੰਦੇ ਹੋ जी मनी यू आर अ रेसिपिएंट ਤੁਹਾਨੂੰ ਕਿੰਨਾ ਕੋ ਟਾਈਮ ਲੱਗਿਆ ਇੱਕ ਡੋਨਰ ਫਾਈਂਡ ਆਊਟ ਕਰਨ ਲਈ almost close to 6 months ਲੱਗ ਗਏ ਸੀਗੇ ਮੈਚ ਲੱਭਣ ਨੂੰ but honestly I was very lucky that ਮੈਨੂੰ ਇੰਨਾ ਛੇਤੀ ਮੈਚ ਲੱਭ ਗਿਆ ਸੀਗਾ both patients ਹਜੇ ਕਿਨਾਂ ਨੂੰ over a year or few years ਲੱਗ ਜਾਂਦੇ ਆ ਮੈਚ ਲੱਭਣ ਦੇ ਲਈ ਉਹ ਵੀ ਤਾਂ because ਆਪਣੀ South Asian registry on the worldwide network ਹਨਾ ਸਿਰਫ right now 5% of the worldwide registry make up ਕਰਦੀ ਆ and ਉਹਨਾਂ ਚੋਂ ਆਪਾਂ ਨੂੰ ਵੀ ਕਿਹੜੇ ਵੀ South Asians ਆ ਉਹਨਾਂ ਨੂੰ South Asian usually ਉਹਨਾਂ ਦਾ South Asian match ਹੁੰਦਾ so ਬਹੁਤ difficult ਆ ਜੀ ਮਨੀ ਤੁਸੀਂ ਜਿਵੇਂ ਇੱਕ ਰੈਸਿਪੀਐਂਟ ਹੋ within 6 months you are lucky you got the donor but ਜਿਵੇਂ ਤੁਸੀਂ ਕਿਹਾ ਕਿ ਸਾਊਥ ਏਸ਼ੀਅਨ ਰਜਿਸਟਰੀ ਬਹੁਤ ਘੱਟ ਹੈਗੀ ਹੈ ਤੁਸੀਂ ਜਦੋਂ ਤੁਹਾਨੂੰ ਡੋਨਰ ਮਿਲ ਗਿਆ ਇਹ ਨਹੀਂ ਕਿ ਚਲੋ ਤੁਸੀਂ ਹੁਣ ਬੈਠ ਗਏ ਤੁਸੀਂ ਹੁਣ ਵੀ ਅਵੇਅਰਨੈਸ ਲਈ ਕੰਮ ਕਰਦੇ ਹੋ ਜਦੋਂ ਮੈਚ ਫॉर ਮੈਰੋ ਦਾ ਇਵੈਂਟ ਹੁੰਦਾ ਹੈ ਜਾਂ ਹੋਰ ਇਵੈਂਟਸ ਜਾਂਦੇ ਆ ਤੁਸੀਂ ਉੱਥੇ ਕੰਮ ਕਰਦੇ ਹੋ ਅਵੇਅਰਨੈਸ ਲਈ ਤੁਹਾਨੂੰ ਲੱਗਦਾ ਹੈ ਕਿ ਜਦੋਂ ਇੰਨੀ ਅਵੇਅਰਨੈਸ ਹੋ ਵੀ ਰਹੀ ਹੈ ਬੀਤੇ ਕੁਝ ਸਾਲਾਂ ਤੋਂ ਤਾਂ ਕੁਝ ਫਰਕ ਆਇਆ ਹੈ ਫਰਕ ਤਾਂ ਆਇਆ ਹੈਗਾ ਯੈਸ ਬਿਕਾਜ਼ ਕਦੋਂ ਮੈਂ ਡਾਇਗਨੋਸ ਹੋਈ ਸੀਗੀ ਉਹ 2013 ਦੇ ਵਿੱਚ ਸੀਗਾ ਐਂਡ ਉਦੋਂ registry 2.3% South Asians ਦੀ ਸੀਗੀ and ਹੁਣ 5% ਆਪਾਂ ਮੇਕਅਪ ਕਰਦੇ ਹਾਂ South Asians ਤੇ ਆਪਾਂ more awareness ਕਰੂੰਗੇ ਲੋਕਾਂ ਨਾਲ ਗੱਲਾਂ ਕਰੂੰਗੇ like experiences share ਕਰਦੇ ਹਾਂ donor and recipient ਉਹਨਾਂ ਨਾਲ ਵੀ ਆਪਾਂ ਫਰਕ ਤਾਂ ਬੰਦਾ ਵਾ ਸਿਮੀ ਜੀ ਹੁਣ ਜਿਵੇਂ ਤੁਸੀਂ ਇਵੈਂਟ ਕਰਾ ਰਹੇ ਹੋ ਮੈਚ ਫॉर ਮੈਰੋ ਲਗਾਤਾਰ 3 ਸਾਲ ਹੋ ਜਾਣੇ ਆ ਤੁਹਾਡੇ ਇਸ ਇਵੈਂਟ ਨੂੰ ਜੋ ਫੰਡ ਰੇਜ਼ ਹੁੰਦਾ ਹੈ ਉਹ ਫੰਡ ਅੱਗੇ ਕਿਸ ਤਰ੍ਹਾਂ ਯੂਜ਼ ਹੁੰਦਾ ਹੈ ਹਾਂਜੀ ਜਿਹੜੇ ਸਾਡੇ ਫੰਡ ਹੁੰਦੇ ਆ ਉਹਦੇ 'ਚ ਜਿਵੇਂ ਆਪਾਂ ਜਿਹੜਾ ਗਾਲਾ ਕਰਦੇ ਆ ਮੈਂ ਇਹੀ ਕਲੀਅਰ ਕਰਨਾ ਚਾਹੂੰਗੀ ਇੱਥੇ ਲੋਕਾਂ ਨੂੰ ਕਿ ਉਹਦੇ 'ਚ ਆਪਾਂ 100% ਵਾਲੰਟੀਅਰ ਵਰਕ ਕਰਦੇ ਆ ਜਿਵੇਂ ਮਨੀ ਹੈ ਮੈਂ ਜਾਂ ਜਿੰਨਾ ਵੀ ਸਾਡਾ ਵਾਲੰਟੀਅਰ ਜਿਵੇਂ ਸਾਡਾ ਹੈਗਾ ਗਰੁੱਪ ਇੱਕ ਪੂਰਾ ਵਾਲੰਟੀਅਰਸ ਦਾ ਆਪਾਂ ਸਾਰੇ ਮਤਲਬ ਵਾਲੰਟੀਅਰ ਹੀ ਲੱਭਦੇ ਆ ਇਵਨ ਕਿ ਹਰ ਬੰਦਾ ਉੱਥੇ ਵਾਲੰਟੀਅਰ ਵਰਕ ਕਰਨ ਵਾਲਾ ਹੋਵੇ ਕਿਸੇ ਨੂੰ ਸਾਨੂੰ ਪੇ ਨਾ ਕਰਨਾ ਪਵੇ ਮਤਲਬ ਥੋੜੇ ਘੱਟ ਖਰਚੇ 'ਚ ਆਪਾਂ ਵੱਧ ਪੈਸੇ ਬਚਾਈਏ ਸੋ ਇਹ ਜਿਹੜੀ ਟਿਕਟ ਕਈ ਵਾਰੀ ਕਹਿ ਦਿੰਦੇ ਆ ਕਈ ਜਿਹਨੇ ਕਿ $100 ਦੀ ਹੈ ਬਟ ਉਹਦੇ 'ਚੋਂ ਜੇ $70 ਵੀ ਸਾਨੂੰ ਨਹੀਂ ਬਚੇ ਤਾਂ ਸਾਨੂੰ ਗਾਲਾ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿੰਨੇ ਵੀ ਫੰਡ ਰੇਜ਼ ਹੋਣੇ ਆ ਉਹ ਫੰਡ ਰੇਜ਼ ਆਪਾਂ ਸਵੈਬਿੰਗ ਦੇ ਉੱਤੇ ਖਰਚ ਕਰਨੇ ਆ ਜਿਵੇਂ ਕਿ ਤੁਹਾਨੂੰ ਵੀ ਪਤਾ ਆਪਾਂ ਵਾਕ ਕੀਤੀ ਸੀ ਉੱਥੇ ਆਪਾਂ ਇੰਟਰਨੈਸ਼ਨਲ ਸਟੂਡੈਂਟ ਵੀ ਰਜਿਸਟਰ ਕੀਤੇ ਸੀ ਤੇ ਆਪਾਂ ਜੇ ਕੋਈ ਵਿਜ਼ਿਟਰ ਆਏ ਹੋਏ ਸੀ ਉਹ ਵੀ ਰਜਿਸਟਰ ਕੀਤੇ ਸੀ ਸੋ ਜਿਹੜੇ ਨਾਨ ਕੈਨੇਡੀਅਨ ਨੇ ਜਿਵੇਂ ਇੰਡੀਆ ਤੋਂ ਆਪਣੀ ਸਾਊਥ ਏਸ਼ੀਅਨ ਸਭ ਤੋਂ ਜ਼ਿਆਦਾ ਇੰਡੀਆ ਹੈ ਕਮਿਊਨਿਟੀ ਤਾਂ ਆਪਾਂ ਇੰਡੀਆ 'ਚ
ਜਿਹੜੇ ਇਵੈਂਟ ਕਰਦੇ ਆ ਉਹਨਾਂ ਦੀ ਆਪਾਂ ਨੂੰ ਇੱਕ ਸਵੈਬਿੰਗ ਦੇ $35 US ਪੇ ਕਰਨਾ ਪੈਂਦਾ ਹੈ। ਸੋ ਇਹ ਜਿੰਨੇ ਵੀ ਇੱਥੋਂ ਸਾਡੇ ਫੰਡਸ ਜਿਹੜੇ ਇਕੱਠੇ ਹੋਣਗੇ ਉਹ ਆਪਾਂ ਇੰਡੀਆ ਵੀ ਸਵੈਬਿੰਗ ਕਰਨੀ ਹੈ ਤੇ ਇੱਥੇ ਵੀ ਜਦੋਂ ਆਪਾਂ ਕੋਈ ਵੀ ਇਵੈਂਟ ਕਰਦੇ ਅੱਜ ਕੱਲ੍ਹ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਆ ਤੇ ਸਾਨੂੰ ਉਹਨਾਂ ਨੂੰ ਨਾ ਕਰਨੀ ਪੈਂਦੀ ਹੈ ਜਦਕਿ ਉਹ ਰਜਿਸਟਰ ਕਰਨਾ ਚਾਹੁੰਦੇ ਆ ਪਰ ਆਪਾਂ ਉਸ ਟਾਈਮ ਨਹੀਂ ਕਰ ਸਕਦੇ ਫੰਡਸ ਦੀ ਘਾਟ ਕਰਕੇ। ਸੋ ਆਪਾਂ ਨੂੰ ਨਾ ਕਰਨੀ ਪੈਂਦੀ ਹੈ ਤਾਂ ਸਾਡਾ ਮੇਨ ਹੈਗਾ ਕਿ ਆਪਾਂ ਫੰਡਸ ਇਕੱਠੇ ਕਰਕੇ ਆਪਾਂ ਇੰਨੀ ਜ਼ਿਆਦਾ ਸਵੈਬਿੰਗ ਕਰੀਏ ਕਿ ਸਾਡੀ ਜਿਹੜੀ ਰਜਿਸਟਰੀ ਹੈ ਵਰਲਡ ਵਾਈਡ ਉਹ ਆਪਾਂ ਲਾਈਕ 5% ਤੋਂ ਇੰਨੇ ਤੇ ਲੈ ਕੇ ਜਾਈਏ ਕਿ ਜਦੋਂ ਵੀ ਆਪਾਂ ਕਿਸੇ ਬੱਚੇ ਨੂੰ ਆਪਣੇ ਨੂੰ ਸਟੈਮ ਸੈਲ ਡੋਨਰ ਦੀ ਲੋੜ ਹੈ ਆਪਾਂ ਨੂੰ ਇਵੈਂਟ ਲਾਉਣ ਦੀ ਬਿਨਾਂ ਹੀ ਲੱਭ ਜਾਣਾ ਉਹ ਚੀਜ਼। ਜੀ ਮਨੀ, ਜਿਵੇਂ ਤੁਸੀਂ ਹੁਣ ਇਸ ਤਰ੍ਹਾਂ ਦੇ ਇਵੈਂਟਸ ਨਾਲ ਐਸੋਸੀਏਟਡ ਹੈਗੇ ਹੋ, ਇੱਕ ਯੂਥ ਜਦੋਂ ਆਪਣੀ ਆਵਾਜ਼ ਯੂਥ ਤੱਕ ਪਹੁੰਚਾਉਂਦਾ ਹੈ ਤਾਂ ਉਸ ਦਾ ਬਹੁਤ ਇਫੈਕਟ ਅਸੀਂ ਦੇਖਿਆ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਜਾਂ ਹੋਰ ਲੋਕ ਤੁਹਾਡੀ ਏਜ ਦੇ ਇਸ ਤਰ੍ਹਾਂ ਦੇ ਗਰੁੱਪਸ ਦੇ ਨਾਲ ਜੁੜਦੇ ਨੇ ਤਾਂ ਇੱਕ ਮੈਸੇਜ ਜੋ ਅਸੀਂ ਯੂਥ ਤੱਕ ਦੇਣਾ ਚਾਹੁੰਦੇ ਹਾਂ ਉਹ ਪਹੁੰਚ ਰਿਹਾ? I think that ਲੋਕ ਸੁਣਦੇ ਆ ਪਰ ਉਹ ਇੰਨੀ ਐਕਸ਼ਨ ਨਹੀਂ ਲੈਂਦੇ ਹੈਗੇ। ਸੋ ਤੇ ਇਵੈਂਟਸ ਦੇ ਕਿਵੇਂ ਆਪਾਂ ਹੋਸਟ ਕਰਦੇ ਆ ਜਾਂ ਸਵਾਬਿੰਗ ਇਵੈਂਟਸ ਹੋਸਟ ਕਰਦੇ ਆ ਸ਼ੋ ਅਪ ਤਾਂ ਹੁੰਦੇ ਆ ਪਰ ਆਈ ਫੀਲ ਲਾਈਕ ਆਪਣੀ ਕਮਿਊਨਿਟੀ ਇੱਥੇ ਇੰਨੀ ਜ਼ਿਆਦਾ ਆ ਦੈਟ ਹੋਰ ਲੋਕ ਵੀ ਆ ਸਕਦੇ ਆ ਸਵਾਬ ਇਵੈਂਟਸ ਨੂੰ ਵੀ ਆ ਸਕਦੇ ਆ ਰਜਿਸਟਰ ਹੋ ਸਕਦੇ ਆ ਸੋ ਆਈ ਫੀਲ ਲਾਈਕ they listen but ਫਿਰ ਵੀ ਐਕਸ਼ਨ ਨਹੀਂ ਲੈਂਦੇ ਹੈਗੇ। ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਜਿਹੜੀ ਰਜਿਸਟਰੀ ਹੈ ਉਸ ਦੀ ਗ੍ਰਾਫ ਉੱਪਰ ਜਾ ਸਕੇ? ਆਪਣਾ ਮੇਨ ਥਿੰਗ ਹੈਗਾ that ਆਪਾਂ ਲੋਕਾਂ ਨੂੰ especially even the younger generation ਆਪਾਂ ਉਹਨਾਂ ਨੂੰ educate ਕਰੀਏ from the bottom all the way up, right? So ਉਹਨਾਂ ਨੂੰ ਸਮਝਾਈਏ that blood disorders ਕੀ ਚੀਜ਼ ਹੁੰਦੇ ਆ, ਕਾਹਤੇ stem cells ਉਹਦੇ ਲਈ ਚਾਹੀਦੇ ਹੁੰਦੇ ਆ and ਫਿਰ ਉੱਥੋਂ ਉਹ ਕਿਵੇਂ ਸਾਡੀ help ਕਰ ਸਕਦੇ ਆ। So the more we educate them, the more they know and then the more facts they know ਫਿਰ ਉਹਦੇ ਨਾਲ ਉਹਨਾਂ ਨੂੰ ਉਹ ਐਕਸ਼ਨ ਵੀ ਲੈ ਸਕਦੇ ਆ ਕਿ ਆਪਣੀ ਜਨਰੇਸ਼ਨ ਦੇ ਬਿਗੇਸਟ ਇਹ ਚੀਜ਼ ਹੁੰਦਾ ਵਾ ਤੇ ਉਹਨਾਂ ਨੂੰ bottom line facts ਨਹੀਂ ਪਤਾ ਹੁੰਦਾ ਉਹ ਇੰਨੀ ਛੇਤੀ ਐਕਸ਼ਨ ਨਹੀਂ ਲੈਂਦੇ ਹੈਗੇ। ਸਿਮੀ ਜੀ, ਹੁਣ ਜਿਵੇਂ ਤੁਸੀਂ ਇਹ ਇਵੈਂਟ ਕਰਾ ਰਹੇ ਹੋ ਤੇ ਸਟੈਮ ਸੈਲ ਦੀ ਰਜਿਸਟਰੀ ਵੀ ਹੋਏਗੀ ਤੇ ਤੁਸੀਂ ਕੀ ਇਸ ਪਲੇਟਫਾਰਮ ਰਾਹੀਂ ਇਸ ਮਾਧਿਅਮ ਰਾਹੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਕਿਉਂ ਉਹ ਇਸ ਇਵੈਂਟ ਦਾ ਹਿੱਸਾ ਬਣਨ? ਹਾਂਜੀ, ਇੱਕ ਤਾਂ ਆਪਾਂ ਉੱਥੇ ਸਵੈਬਿੰਗ ਵੀ ਕਰਨੀ ਹੈਗੀ ਜਿੰਨੇ ਵੀ 17 ਤੋਂ 35 ਸਾਲ ਦੇ ਉਹ ਹਿਪ ਕਵਰੇਜ ਜਿਨ੍ਹਾਂ ਕੋਲ ਹੈਗੀ ਉਹ ਆਉਣ ਉੱਥੇ ਆਪਦੀ ਸਵੈਬਿੰਗ ਕਰਾਉਣ। ਉਹ ਤਾਂ ਸਾਡਾ ਮੇਨ ਜਿਹੜਾ ਹੈਗਾ ਮਕਸਦ ਵੀ ਆਪਾਂ ਸਵੈਬਿੰਗ ਹੀ ਕਰਨੀ ਹੈ। ਦੂਜੀ ਗੱਲ ਜਿੰਨਾ ਹੋ ਸਕਦਾ ਸਾਡੀ ਟਿਕਟਸ ਬਾਏ ਕਰਨ ਤੇ ਟੇਬਲ ਬਾਏ ਕਰਨ, ਸਾਨੂੰ ਸਪਾਂਸਰਸ ਦੇਣ ਤਾਂ ਕਿ ਆਪਾਂ ਆਪਣੀ ਲਾਈਕ ਇੰਡੀਆ 'ਚ ਜਾ ਕੇ ਇੰਨੇ ਜਾਂ ਇੱਥੇ ਵੀ ਹੁਣ ਤੇ ਇੰਡੀਆ ਵੀ ਨਹੀਂ ਮੇਰੇ ਖਿਆਲ ਇੱਥੇ ਵੀ ਆਪਾਂ ਇੰਟਰਨੈਸ਼ਨਲ ਸਟੂਡੈਂਟ ਰਜਿਸਟਰ ਕਰੀਏ ਤਾਂ ਆਪਣੇ ਕੋਲ ਇੰਨੇ ਜ਼ਿਆਦਾ ਨਹੀਂ ਕਿ ਆਪਾਂ ਆਪਣੀ ਰਜਿਸਟਰੀ ਨੂੰ 5% ਤੋਂ ਕਿਤੇ ਵੱਧ ਕਰ ਸਕਦੇ ਨੇ ਪਰ ਲੈਕ ਆਫ ਫੰਡ ਸਾਨੂੰ ਪ੍ਰੋਬਲਮਸ ਆਉਂਦੀ ਹੈ ਤਾਂ ਅਸੀਂ ਇਹੀ ਮੈਂ ਰਿਕੁਐਸਟ ਕਰਦੀ ਹਾਂ ਲੋਕਾਂ ਨੂੰ ਹਰ ਵਾਰ ਕਿ ਪਲੀਜ਼ ਜਿਵੇਂ ਆਪਾਂ ਬਾਕੀ ਫੰਕਸ਼ਨਸ ਤੇ ਜਾਂਦੇ ਆ ਜਦੋਂ ਲਾਈਕ ਤੀਆਂ ਹੁੰਦੀਆਂ ਨੇ ਗਰਮੀ ਦੇਖੋ ਹਰ ਮਹੀਨੇ ਕੁਛ ਨਾ ਕੁਛ ਚੱਲਦਾ ਰਹਿੰਦਾ ਜਿਵੇਂ ਉੱਥੇ ਜਾਂਦੇ ਆ ਤੇ ਆਪਾਂ ਗੁੱਡ ਕਾਜ਼ ਤੇ ਵੀ ਉਵੇਂ ਹੀ ਜਾਈਏ ਕਿਉਂਕਿ ਆਪਾਂ ਹਮੇਸ਼ਾ ਜਿੱਥੇ ਵੀ ਕੋਈ ਗੁੱਡ ਕਾਜ਼ ਲਈ ਕੰਮ ਹੁੰਦਾ ਉੱਥੇ ਆਪਾਂ ਜਾਣ ਤੋਂ ਥੋੜਾ ਜਿਹਾ ਹਿਚਕਚਾ ਜਾਂਦੇ ਆ ਹਨਾ। ਸੋ ਇਹ ਬਿਮਾਰੀ ਇਦਾਂ ਕੈਂਸਰ ਹੁਣ ਇਦਾਂ ਫੈਲ ਰਿਹਾ ਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਨੀਅਰ ਐਂਡ ਡੀਅਰ ਨੂੰ ਕਦੋਂ ਆ ਜਾਣਾ। ਹੁਣ ਰੀਸੈਂਟ ਪਰਸੋਂ ਹੀ ਆਪਾਂ ਫੇਸਬੁੱਕ ਤੇ ਪਾ ਕੇ ਹਟਿਆ ਮੈਂ ਪਾ ਕੇ ਹਟੀ 7-8 ਸਾਲ ਦਾ ਬੱਚਾ ਇੰਗਲੈਂਡ ਤੋਂ ਜਿਹਨੂੰ ਕਿ ਡਾਇਗਨੋਜ਼ ਹੋਇਆ ਪਹਿਲਾਂ ਉਹਨੂੰ ਸੀਗਾ ਹੁਣ ਉਹਨੂੰ ਰੀਲੈਪ ਹੋ ਗਿਆ ਉਹਨੂੰ ਵੀ ਡੋਨਰ ਦੀ ਲੋੜ ਹੈ। ਸੋ ਐਦਾਂ ਦੀ ਜਦੋਂ ਆਪਾਂ ਪੋਸਟ ਪਾਉਂਦੇ ਆ ਉਹਨਾਂ ਨੂੰ ਧਿਆਨ ਨਾਲ ਦੇਖਣ ਤੇ ਦੇਖਣ ਕਿ ਕਿੰਨੀ ਜ਼ਿਆਦਾ ਆਪਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਨੂੰ ਜਦੋਂ ਆਪ ਨੂੰ ਲੋੜ ਪੈਣੀ ਆਪਾਂ ਉਦੋਂ ਭੱਜਣਾ ਹੈ। ਕਿਉਂ ਨਾ ਆਪਾਂ ਕਮਿਊਨਿਟੀ ਲਈ ਕੰਮ ਕਰੀਏ ਕਿਉਂਕਿ ਮੈਨੂੰ ਤੇ ਹੁਣ ਲੋੜ ਨਹੀਂ ਮੈਂ ਐਸ ਡੋਨਰ ਨਾਲ ਜੁੜੀ ਹਾਂ ਮੈਂ ਵੀ ਪਿੱਛੇ ਹਟ ਸਕਦੀ ਹਾਂ ਪਰ ਮੇਰੇ 'ਚ ਇੱਕ ਇਹ ਹੈਗਾ ਕਿ ਵੀ ਨਹੀਂ ਮੈਂ ਲੋਕਾਂ ਨੂੰ ਐਜੂਕੇਟ ਕਰਨਾ ਹੈ ਕਿਉਂਕਿ ਬਹੁਤ ਆਪਣੇ ਛੋਟੇ ਛੋਟੇ ਬੱਚੇ ਆ ਬਰੈਂਪਟਨ 'ਚ ਹੁਣ ਇੱਕ 3 ਸਾਲ ਦਾ ਬੱਚਾ ਹੈ ਜਿਹਨੂੰ ਬਲੱਡ ਡਿਸਆਰਡਰ ਹੈ ਉਹਨੂੰ ਜ਼ਰੂਰਤ ਹੈ ਸਟੈਮ ਸੈਲ ਡੋਨਰ ਦੀ। ਆ ਬੱਚੇ ਦੀ ਮੈਂ ਗੱਲ ਕਰ ਰਹੀ ਹਾਂ ਜਸਨੂਰ ਤਾਂ ਦੇਖੋ ਅੱਜ ਉਹਦਾ ਬਰਥਡੇ ਆ ਉਹਨੂੰ ਤਾਂ 24 ਸਾਲ ਹੋ ਗਏ ਉਹ ਵੇਟ ਹੀ ਕਰਦਾ ਪਿਆ ਆਪਣੇ ਡੋਨਰ ਦੀ। ਸੋ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਨੀ ਇਜ਼ ਅ ਲੱਕੀ ਕਿ ਬੜੀ ਜਲਦੀ ਡੋਨਰ ਮਿਲਿਆ। ਆਪਾਂ ਇਹ ਚਾਹੁੰਦੇ ਕਿ ਜਿਵੇਂ ਮਨੀ ਨੂੰ 6 ਮਹੀਨੇ 'ਚ ਡੋਨਰ ਮਿਲਿਆ ਨਾ ਇੱਦਾਂ ਆਪਣੇ ਸਾਰੇ ਬੱਚਿਆਂ ਨੂੰ ਕੁਇਕ ਡੋਨਰ ਮਿਲਣ ਤੇ ਲੋਕੀ ਇੰਨੇ ਸਪਾਂਸਰਸ ਤੇ ਸਾਡੀ ਟਿਕਟਸ ਬਾਏ ਕਰਨ ਸਾਨੂੰ ਸਪਾਂਸਰ ਕਰਨ ਲਾਈਕ ਆਪ ਸਾਨੂੰ ਪਹੁੰਚ ਕਰਨ ਵੀ ਹਾਂਜੀ ਆਪਾਂ ਥੋੜੀ ਹੈਲਪ ਕਰਨਾ ਚਾਹੁੰਦੇ ਹਾਂ। ਜੀ ਡੈਫੀਨੇਟਲੀ ਅਸੀਂ ਵੀ ਇਸ ਮਾਧਿਅਮ ਰਾਹੀਂ ਇਹੀ ਮੈਸੇਜ ਦੇ ਰਹੇ ਹਾਂ ਕਿ ਤੁਸੀਂ ਸਟੈਮ ਸੈਲ ਦੀ ਰਜਿਸਟਰੀ ਜ਼ਰੂਰ ਕਰਾਓ। ਇੱਕ ਮਨ 'ਚ ਡਰ ਹੁੰਦਾ ਹੈ ਕਿ ਸ਼ਾਇਦ ਇਸ ਤੋਂ ਬਾਅਦ ਤੁਹਾਨੂੰ ਤੁਹਾਡੀ ਹੈਲਥ ਨੂੰ ਕੁਝ ਹੋ ਸਕਦਾ ਹੈ। ਸਿਮੀ ਜੀ ਜੇ ਲੋਕਾਂ ਦੇ ਮਨ 'ਚ ਇਹ ਕੁਐਸਚਨ ਹੁੰਦਾ ਹੈ ਕਿ ਜੇ ਅਸੀਂ ਅੱਜ ਡੋਨਰ ਲਈ ਰਜਿਸਟਰ ਕੀਤਾ ਕੱਲ ਨੂੰ ਜਦੋਂ ਜੇ ਸਾਡੀ ਵਾਰੀ ਆ ਜਾਂਦੀ ਹੈ ਅਸੀਂ ਡੋਨੇਟ ਕਰਦੇ ਹਾਂ ਤਾਂ ਸਾਨੂੰ ਕੋਈ ਇਫੈਕਟ ਹੋ ਸਕਦਾ ਹੈ ਕਿਉਂਕਿ ਤੁਸੀਂ ਖੁਦ ਡੋਨਰ ਹੋ। ਤੁਸੀਂ ਇੱਕ ਮੈਸੇਜ ਇਹ ਸੁਨੇਹਾ ਦੇਣਾ ਚਾਹੋਗੇ ਕਿ ਉਹ ਬੰਦੇ ਦੀ ਹੈਲਥ ਨੂੰ ਕੁਝ ਨਹੀਂ ਹੋਣਾ?
ਨਹੀਂ ਜੀ, ਤੁਸੀਂ ਜਿਵੇਂ ਆਪਾਂ ਬਲੱਡ ਡੋਨੇਟ ਕਰਕੇ ਆਉਂਦੇ ਆ, ਥੋੜਾ ਬਹੁਤਾ ਬਿਜ਼ੀ ਹੁੰਦੇ ਹੋ ਤੁਸੀਂ। ਵੈਸੇ ਤਾਂ ਮੈਂ ਬਲੱਡ ਵੀ ਮੈਂ ਟਾਈਮ ਟੂ ਟਾਈਮ ਡੋਨੇਟ ਕਰਦੀ, ਮੈਨੂੰ ਤਾਂ ਕਦੇ ਉੱਥੇ ਵੀ ਬਿਜ਼ੀ ਨਹੀਂ ਹੋਇਆ। ਸੋ ਜਦੋਂ ਤੁਸੀਂ ਸਟੈਮ ਸੈੱਲ ਡੋਨੇਟ ਕਰਕੇ ਆਉਂਦੇ ਹੋ, ਤੁਹਾਡੀ ਇਕਾਈ ਵੀ ਇੱਧਰ ਲੱਗ ਜਾਂਦੀ ਹੈ, ਇਕਾਈ ਵੀ ਇੱਧਰ ਲੱਗਦੀ ਹੈ। ਬਲੱਡ ਮਸ਼ੀਨ 'ਚ ਜਾ ਕੇ ਸਟੈਮ ਸੈੱਲ ਸੈਪਰੇਟ ਹੋ ਜਾਂਦੇ ਆ, ਬਲੱਡ ਤੁਹਾਡੀ ਬਾਡੀ 'ਚ ਬੈਕ ਆਈ ਜਾਂਦਾ। ਸੋ ਇਟਸ ਵੈਰੀ ਗੁੱਡ ਐਕਸਪੀਰੀਅੰਸ। ਯੂ ਵਾਚ, ਤੁਹਾਡਾ ਪੂਰਾ ਬਲੱਡ ਬਾਹਰ ਆਉਂਦਾ, ਸਟੈਮ ਸੈੱਲ ਸੈਪਰੇਟ ਹੁੰਦੇ ਆ, ਬਾਡੀ 'ਚ ਬਲੱਡ ਜਾਂਦਾ ਹੈ ਨਾ। ਸੋ 3 ਜਾਂ 4 ਘੰਟੇ ਦਾ ਪ੍ਰੋਸੈਸ ਹੈ। ਤੇ ਦੂਜਾ ਵੀ ਜਿਹੜਾ ਹੈਗਾ ਉਹ ਵੀ ਲੋਕਾਂ ਦੇ ਮਿਥ ਹੈ ਇੱਕ ਕਿ ਸਾਡੇ ਪਤਾ ਨਹੀਂ ਸਰਜਰੀ ਹੋਣੀ ਹੈ ਬੈਕਬੋਨ 'ਚ। ਉਹ ਵੀ ਕੋਈ ਸਰਜਰੀ ਨਹੀਂ ਹੁੰਦੀ, ਤੁਹਾਨੂੰ ਜਨਰਲ ਐਨਸਥੀਸੀਆ ਦਿੰਦੇ ਆ ਤੇ ਉਹ ਸਿਰੰਜ ਨਾਲ ਬੈਕਬੋਨ 'ਚੋਂ ਨਹੀਂ, ਜਿਵੇਂ ਹਿਪ ਦੇ ਕੋਲ ਉੱਥੋਂ ਤੁਹਾਡੇ ਐਗਜ਼ੈਕਟ ਕਰਦੇ ਆ। ਉਹ ਤੁਹਾਨੂੰ ਕਈ ਵਾਰੀ ਹੁੰਦਾ ਕਿ 1-2 ਦਿਨ ਲਈ ਤੁਹਾਡੇ ਬਰੂਜ਼ ਹੋ ਜਵੇ ਜਾਂ ਤੁਹਾਨੂੰ ਥੋੜਾ ਜਿਹਾ ਤਕਲੀਫ ਹੋਵੇ, ਬਟ ਇਹ ਉਸ ਟਾਈਮ ਤੇ ਇਹ ਸੋਚੋ ਕਿ ਜਿਹੜਾ ਬੰਦੇ ਨੂੰ ਤੁਹਾਡਾ ਮੈਚ ਹੋਇਆ ਹੈ ਨਾ, ਉਹਦੀ ਜਦੋਂ ਲਾਈਫ ਸੇਵ ਹੋਣੀ ਹੈ, ਉਹਨੇ ਤੁਹਾਨੂੰ ਕਿੰਨੀ ਬਲੈਸਿੰਗਸ ਦੇਣੀਆਂ ਕਿ ਉਹ ਬਰੂਸ ਤਾਂ ਉਸ ਤਕਲੀਫ ਦੇ ਅੱਗੇ ਕੁਝ ਵੀ ਨਹੀਂ ਹੈ। ਜਦੋਂ ਆਪਾਂ ਦੇਖਦੇ ਆ ਨਾ ਕੈਂਸਰ ਪੇਸ਼ੈਂਟ ਨੂੰ ਕਿ ਉਹ ਕਿਵੇਂ ਹਸਪੀਟਲ 'ਚ ਲਾਈਕ ਸਟਰਗਲ ਕਰਦੇ ਨੇ, ਸੋ ਉਦੋਂ ਆਪਾਂ ਫੀਲ ਕਰ ਸਕਦੇ ਆ ਉਹ ਪੇਨ ਨੂੰ। ਮੈਂ ਤਾਂ ਕਹਿੰਦੀ ਕਿ ਜਾ ਕੇ ਹਸਪੀਟਲ 'ਚ ਇੱਕ ਵਾਰੀ ਦੇਖੋ ਕਿ ਕਿਵੇਂ ਬੱਚੇ ਉੱਥੇ ਕਰਦੇ ਨੇ। ਹੁਣ ਕਈ ਵਾਰੀ ਇੱਥੇ ਮੈਂ ਇੱਕ ਗੱਲ ਹੋਰ ਕਹੂੰਗੀ ਕਿ ਕਈ ਵਾਰੀ ਆਪਣੇ ਬੈਕਅਪ ਹੋ ਜਾਂਦੇ ਨੇ, ਰਜਿਸਟਰ ਦਾ ਕਰਾ ਲੈਂਦੇ ਆ, ਪਰ ਜੇ ਮੈਚ ਕਰਦੇ ਨੇ ਤੇ ਬੈਕ ਹੋ ਜਾਂਦੇ ਨੇ। ਜਦੋਂ ਬੈਕ ਹੁੰਦੇ ਨੇ ਉਹ ਪੇਸ਼ੈਂਟ ਲਈ ਡਰਾਸਟਿਕ ਟਾਈਮ ਹੁੰਦਾ, ਬਹੁਤ ਔਖਾ ਟਾਈਮ, ਕਿ ਉਹਨੂੰ ਇਹ ਹੋਪ ਹੋ ਜਾਂਦੀ ਹੈ ਕਿ ਮੈਨੂੰ ਡੋਨਰ ਮਿਲ ਗਿਆ ਤੇ ਬਾਅਦ ਚ ਡੋਨਰ ਕਹਿੰਦਾ ਕਿ ਮੈਂ ਤਾਂ ਡੋਨੇਟ ਨਹੀਂ ਕਰਨਾ। ਇਸ ਕਰਕੇ ਹੁਣ ਜਦੋਂ ਵੀ ਮੈਂ ਇਵੈਂਟ ਤੇ ਹੁੰਦੀ ਹਾਂ ਸਵਾਬਿੰਗ ਤੇ, ਮੈਂ ਇਹ ਕਹਿੰਦੀ ਹੁੰਦੀ ਕਿ ਪਹਿਲਾਂ ਆਪ ਦੇ ਦਿਲ 'ਚ ਆਪਣੇ ਆਪ ਨੂੰ ਪ੍ਰੋਮਿਸ ਕਰੋ ਕਿ ਮੈਂ ਜਿਹਦੇ ਮਰਜ਼ੀ ਨਾਲ ਜਿੱਥੇ ਮਰਜ਼ੀ ਮੈਚ ਹੋਵਾਂ, ਮੈਂ ਡੋਨੇਟ ਜ਼ਰੂਰ ਕਰੂੰ ਆਪਣੇ ਸਟੈਮ ਸੈੱਲ। ਬਿਕੋਜ਼ ਸਟੈਮ ਸੈੱਲ ਜਿਹੜਾ ਮੈਚ ਕਰਨਾ ਹੈ 1 in a million ਹੈ। ਤੇ ਉੱਥੇ ਇਹ ਸੋਚੋ ਕਿ ਤੁਹਾਡਾ ਪਤਾ ਨਹੀਂ ਕੀ ਸੋਲ ਕਨੈਕਸ਼ਨ ਹੈ ਉਸ ਇਨਸਾਨ ਨਾਲ, ਕੀ ਕਨੈਕਸ਼ਨ ਹੈ ਕਿ ਤੁਹਾਡਾ ਹੀ ਮੈਚ ਕੀਤਾ, ਕਿਸੇ ਹੋਰ ਦਾ ਨਹੀਂ ਮੈਚ ਕੀਤਾ, ਹੈ ਨਾ। ਸੋ ਪੋਜ਼ਿਟਿਵ ਵੇ ਨਾਲ ਲੈਣ ਇਹਨੂੰ, ਨੈਗੇਟਿਵ ਨਾ ਸੋਚਣ ਇਹਦੇ 'ਚ ਕੁਝ ਵੀ। ਸਿਮੀ ਜੀ, ਇਵੈਂਟ ਬਾਰੇ ਹੋਰ ਜਾਨਣਾ ਚਾਹਾਂਗੇ। ਜਿਹੜੇ ਲੋਕ ਹੁਣ ਟਿਕਟਸ ਬਾਏ ਕਰਨਾ ਚਾਹੁੰਦੇ ਨੇ ਤਾਂ ਉਹ ਕਿੱਥੇ ਤੁਹਾਨੂੰ ਰੀਚ ਕਰ ਸਕਦੇ ਆ ਤੇ ਇਵੈਂਟ ਦੀ ਡਿਟੇਲਸ ਦੇ ਦਿਓ। ਹਾਂਜੀ, ਇਵੈਂਟ ਬਾਰੇ ਤੁਸੀਂ ਸਾਡੇ ਮੈਚ ਫॉर ਮੈਰੋ ਦੇ ਇੰਸਟਾਗ੍ਰam ਪੇਜ ਤੇ ਜਾ ਸਕਦੇ ਹੋ, ਫੇਸਬੁੱਕ ਪੇਜ ਤੇ ਸਾਡੇ ਟਿਕਟ ਦਾ ਲਿੰਕ ਹੈਗਾ, ਉੱਥੋਂ ਟਿਕਟ ਬਾਏ ਕਰ ਸਕਦੇ ਆ। ਜਿਹੜਾ ਇਵੈਂਟ ਹੈ ਜੀ ਉਹ ਕਮਿੰਗ ਫਰਾਈਡੇ 22 ਨਵੰਬਰ ਨੂੰ ਹੈਗਾ ਅਪੋਲੋ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ $100 ਦੀ ਟਿਕਟ ਹੈ ਤੇ ਤੁਸੀਂ ਪਲੀਜ਼ ਜਿੰਨੇ ਵੀ ਹੋ ਸਕਦਾ, ਜਿੰਨੇ ਵੀ ਲਿਸਨਰ ਨੇ ਤੁਹਾਡੇ, ਉਹ ਜ਼ਰੂਰ, ਮੈਂ ਉਮੀਦ ਕਰਦੀ ਹੈ ਕਿ ਟਿਕਟ ਜ਼ਰੂਰ ਬਾਈ ਕਰਨਗੇ। ਤੇ ਤੁਸੀਂ ਮਤਲਬ ਜੇ ਤੁਸੀਂ ਆਨਲਾਈਨ ਟਿਕਟ ਬਾਈ ਕਰਨੀ ਹੈ, ਫੇਸਬੁੱਕ ਪੇਜ ਤੇ ਜਾਓ, ਮੈਚ ਫॉर ਮੈਰੋ ਦੇ ਉੱਥੇ ਲਿੰਕ ਮਿਲ ਜੂਗਾ, ਜਾਂ ਤੁਸੀਂ ਸਾਨੂੰ ਉੱਥੇ ਮੈਸੇਜ ਕਰ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰਾਮ ਤੇ, ਤਾਂ ਤੁਹਾਨੂੰ ਰਾਈਟ ਵੇ ਰਿਪਲਾਈ ਕਰਾਂਗੇ ਅਸੀਂ, ਤੇ ਟਿਕਟ ਜਿੱਥੇ ਵੀ ਤੁਸੀਂ ਕਹੋਗੇ ਅਸੀਂ ਪੁੱਜਦੇ ਕਰ ਦਾਂਗੇ। ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਆਲ ਦਿਸ ਇਨਫੋਰਮੇਸ਼ਨ। ਅਸੀਂ ਵੀ ਲੋਕਾਂ ਨੂੰ ਇਹ ਕਵਾਂਗੇ ਕਿ ਇੱਕ ਵਾਰੀ ਆ ਕੇ ਆਪਣਾ ਸਵੈਬ ਟੈਸਟ ਜ਼ਰੂਰ ਕਰਾਓ। ਜੇ ਤੁਹਾਡਾ ਟੈਸਟ ਮੈਚ ਕਰਦਾ ਹੈ ਤਾਂ ਤੁਸੀਂ ਵੀ ਕਿਸੇ ਦੀ ਜਾਨ ਬਚਾ ਸਕਦੇ ਹੋ। ਇਸ ਲਈ ਮੈਚ ਫॉर ਮੈਰੋ ਵਰਗੇ ਇਵੈਂਟ ਦਾ ਹਿੱਸਾ ਜ਼ਰੂਰ ਬਣੋ। ਸੋ ਇਸ ਦੇ ਨਾਲ ਹੀ ਹੋ ਗਿਆ ਸਮਾਂ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਵੀ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਕੈਨੇਡਾ ਭਰ ਦੀਆਂ ਸਰਗਰਮੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਪਰ ਜੇ ਤੁਸੀਂ ਵੀ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ID ਹੈ feedback@pdcnetwork.com। ਫਿਰ ਤੋਂ ਮੁਲਾਕਾਤ ਹੋਏਗੀ ਅਗਲੇ ਹਫਤੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।